ਹੈਲੋ ਸਟੂਡੈਂਟਸ, ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਅਮਿਤਾ, ਲੈਕਚਰਰ ਬਾਇਓਲੋਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਡਿਸਟ੍ਰਿਕਟ ਪਟਿਆਲਾ। ਸਟੂਡੈਂਟਸ, ਅੱਜ ਅਸੀਂ ਚੈਪਟਰ 6 ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ ਦਾ ਟੌਪਿਕ ਪ੍ਰੋਟੀਨ ਸਿੰਥੇਸਿਸ ਜਾਂ ਟਰਾਂਸਲੇਸ਼ਨ ਵੀ ਕਿਹਾ ਜਾਂਦਾ ਹੈ ਉਹ ਕਰਨ ਜਾ ਰਹੇ ਹਾਂ। ਬੇਟੇ, ਸਾਡੀ ਬੁੱਕ ਦੇ ਵਿੱਚ ਇਹ ਟੌਪਿਕ ਬਹੁਤ ਅੱਛੇ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਗਿਆ ਹੈ, ਲੇਕਿਨ ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਆਪਣੇ ਇਸ ਲੈਕਚਰ ਦੇ ਵਿੱਚ ਹਰ ਇੱਕ ਸਟੈਪ ਨੂੰ ਡਾਇਗਰਾਮੈਟਿਕਲੀ ਐਕਸਪਲੇਨ ਕਰਾਂ ਤਾਂ ਕਿ ਤੁਹਾਡੀ ਅੰਡਰਸਟੈਂਡਿੰਗ ਹੈ ਉਹ ਹੋਰ ਬੈਟਰ ਤਰੀਕੇ ਦੇ ਨਾਲ ਹੋ ਜਾਵੇ ਔਰ ਤੁਸੀਂ ਈਜ਼ੀਲੀ ਆਪਣੇ ਕਨਸੈਪਟ ਕਲੀਅਰ ਕਰਕੇ ਨੋਟਸ ਬਣਾ ਸਕੋ। ਸੋ ਬੇਟੇ, ਟਰਾਂਸਲੇਸ਼ਨ ਕੀ ਹੈ? ਹਾਊ ਵੀ ਵਿਲ ਡਿਫਾਈਨ ਟਰਾਂਸਲੇਸ਼ਨ। ਇੱਥੇ ਤੁਹਾਨੂੰ ਸੈਂਟਰਲ ਡੌਗਮਾ ਨੂੰ ਇੱਕ ਵਾਰੀ ਫਿਰ ਰਿਕਾਲ ਕਰਨਾ ਪਏਗਾ। ਅਸੀਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਸੈਂਟਰਲ ਡੌਗਮਾ ਬਾਰੇ ਵੀ ਚਰਚਾ ਕੀਤੀ ਸੀ ਕਿ ਸੈਂਟਰਲ ਡੌਗਮਾ ਇਜ਼ ਦਾ ਫਲੋ ਆਫ ਇਨਫੋਰਮੇਸ਼ਨ ਫਰੋਮ DNA to RNA and RNA make protein with the help of that information. So information which has come from DNA in the form of mRNA is translated into proteins, and this is protein synthesis और ट्रांसलेशन। जो कोडेड इन्फॉर्मेशन DNA कोल है वो इन्फॉर्मेशन RNA कोल ट्रांसफर होएगी और RNA उस इन्फॉर्मेशन नू इन द फॉर्म ऑफ प्रोटीन्स सिंथेसिस करेगा। क्लियर बेटे? सो दिस इज ट्रांसलेशन, सिंपलेस्ट डेफिनेशन ऑफ ट्रांसलेशन। Now, before we proceed about the various steps of translation, what are the events in translation, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਟਰਾਂਸਲੇਸ਼ਨ ਵਾਸਤੇ ਮਸ਼ੀਨਰੀ ਰਿਕੁਆਇਰਡ, ਕਿਹੜੀ ਮਸ਼ੀਨਰੀ ਦੀ ਜ਼ਰੂਰਤ ਹੈ, ਕਿਹੜੇ ਕਿਹੜੇ ਟੂਲਸ ਚਾਹੀਦੇ ਨੇ, ਸੈੱਲ ਕੋਲ ਕਿਹੜੇ ਕਿਹੜੇ ਜਿਹੜੇ ਨੇ ਅਰੇਂਜਮੈਂਟਸ ਹੋਣੇ ਚਾਹੀਦੇ ਨੇ ਜਿਹਦੇ ਨਾਲ ਟਰਾਂਸਲੇਸ਼ਨ ਹੈ ਜਿਹੜੀ ਉਹ ਸਟਾਰਟ ਹੋ ਸਕੇ। ਸੋ ਸਭ ਤੋਂ ਇੰਪੋਰਟੈਂਟ ਬੇਟੇ ਹੈ ਉਹਦੇ ਵਿੱਚ ਰਾਈਬੋਸੋਮਸ। ਅਸੀਂ ਆਪਣੀ ਜੂਨੀਅਰ ਕਲਾਸਿਸ ਦੇ ਵਿੱਚ ਹੀ ਪੜ੍ਹਦੇ ਆ ਰਹੇ ਹਾਂ ਕਿ ਰਾਈਬੋਸੋਮਸ ਆਰ ਦਾ ਪ੍ਰੋਟੀਨ ਫੈਕਟਰੀਜ਼। ਉਹ ਪ੍ਰੋਟੀਨ ਦਾ ਨਿਰਮਾਣ ਕਰਦੇ ਹਨ, ਪ੍ਰੋਟੀਨ ਸਿੰਥੇਸਿਸ ਕਰਦੇ ਹਨ। ਸੋ ਰਾਈਬੋਸੋਮਸ ਆਰ ਦਾ ਸਾਈਟ ਆਫ ਪ੍ਰੋਟੀਨ ਸਿੰਥੇਸਿਸ। ਸੋ ਪ੍ਰੋਟੀਨ ਸਿੰਥੇਸਿਸ ਕਿੱਥੇ ਹੋਏਗੀ ਬੇਟੇ? ਸਾਈਟੋਪਲਾਜ਼ਮ ਵਿੱਚ ਹੋਏਗੀ, ਕਿਉਂਕਿ ਸਾਈਟੋਪਲਾਜ਼ਮ ਦੇ ਵਿੱਚ ਰਾਈਬੋਸੋਮਸ ਨੇ। ਠੀਕ ਹੈ। ਟਰਾਂਸਕ੍ਰਿਪਸ਼ਨ ਅਸੀਂ ਪੜ੍ਹਿਆ ਸੀ ਕਿ ਵਟ ਇਜ਼ ਦਾ ਸਾਈਟ ਆਫ ਟਰਾਂਸਕ੍ਰਿਪਸ਼ਨ? ਦੈਟ ਵਾਜ਼ ਇਨ ਦਾ ਨਿਊਕਲੀਅਸ। Second, mRNA function as template which has information in the form of codons. ਹੁਣ ਬੇਟੇ ਅਗਰ ਆਪਾਂ ਕਹੀਏ ਕਿ DNA has the master plan, DNA ਕੋਲ ਮਾਸਟਰ ਪਲਾਨ ਹੈ, ਉਹਦੇ ਕੋਲ ਪੂਰੀ ਕੋਡਡ ਇਨਫੋਰਮੇਸ਼ਨ ਹੈ, ਐਂਡ RNA especially mRNA is the copy of that master plan. ਆਪਣੇ ਮਾਸਟਰ ਪਲਾਨ ਦੀ ਜੋ ਵੀ ਇਨਫੋਰਮੇਸ਼ਨ ਹੈ DNA RNA ਨੂੰ ਪਾਸ ਔਨ ਕਰਦਾ ਹੈ। ਸੋ RNA mRNA ਮੈਸੇਂਜਰ RNA function as a template for the protein synthesis. Amino acids ਚਾਹੀਦੇ ਨੇ which are present in the cytoplasm. 20 types of amino acids ਨੇ ਜਿਹੜੇ ਸਾਡੇ ਵਿੱਚ ਹੁੰਦੇ ਨੇ। ਠੀਕ ਹੈ। ਔਰ ਇੱਕ ਐਂਜ਼ਾਈਮ ਦੀ ਜ਼ਰੂਰਤ ਹੈ, ਅਮੀਨੋ ਐਸਾਈਲ ਟ੍ਰਾਂਸਫਰ RNA ਸਿੰਥੇਟੇਸ ਐਂਜ਼ਾਈਮ। ਇਹ ਐਂਜ਼ਾਈਮ ਰਿਕੁਆਇਰਡ ਹੈ ਫॉर ਦਾ ਇਨੀਸ਼ੀਏਸ਼ਨ ਆਫ ਪ੍ਰੋਟੀਨ ਸਿੰਥੇਸਿਸ। ਜਿਹੜੇ ਵੀ ਬੇਟੇ ਵਰਡ ਦੇ ਪਿੱਛੇ ASE ਲੱਗਿਆ ਹੋਇਆ that means that is a enzyme. Synthetase means amino acyl transfer RNA synthetase is a enzyme. Last but important, transfer RNA. As the name indicate, transfer. It will transfer the amino acid. So transfer RNA which carries amino acid. एक तो amino acid ਨੂੰ carry ਕਰੇਗਾ, ਉਸ ਤੋਂ ਬਾਅਦ ਇਟ ਵਿਲ ਰੀਡ ਦਾ ਜੈਨੇਟਿਕ ਇਨਫੋਰਮੇਸ਼ਨ, mRNA ਦੇ ਉੱਤੇ ਜਿਹੜੀ ਕੋਡਡ ਇਨਫੋਰਮੇਸ਼ਨ ਪਈ ਹੈ ਉਹਨੂੰ ਡੀਕੋਡ ਕਰੇਗਾ ਐਂਡ ਦੈਨ ਪਲੇਸ ਦਾ ਸਪੈਸੀਫਿਕ ਅਮੀਨੋ ਐਸਿਡ। ਉਹਦੇ ਅਕੋਰਡਿੰਗਲੀ ਅਮੀਨੋ ਐਸਿਡ ਨੂੰ ਇਹ ਸਿਲੈਕਟ ਕਰੇਗਾ ਫॉर ਦਾ ਇਨੀਸ਼ੀਏਸ਼ਨ ਆਫ ਪ੍ਰੋਟੀਨ ਸਿੰਥੇਸਿਸ। ਸੋ ਹੁਣ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਸਟੈਪਸ ਨੇ ਬੇਟੇ। ਅਸੀਂ ਟਰਾਂਸਲੇਸ਼ਨ ਨੂੰ 5 ਸਟੈਪਸ ਦੇ ਵਿੱਚ ਕੰਪਲੀਟ ਕਰਾਂਗੇ ਔਰ ਇੱਕ ਇੱਕ ਸਟੈਪ ਨੂੰ ਮੈਂ ਤੁਹਾਨੂੰ ਡਾਇਗਰਾਮੈਟਿਕਲੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੀ। ਸੋ ਬੀ ਫੋਕਸਡ ਸਟੂਡੈਂਟਸ। ਫਰਸਟ ਸਟੈਪ ਹੈ ਜਿਹੜਾ ਦੈਟ ਇਜ਼ ਐਕਟੀਵੇਸ਼ਨ ਆਫ ਅਮੀਨੋ ਐਸਿਡਸ। ਹੁਣ ਸਾਡੇ ਕੋਲ 20 ਅਮੀਨੋ ਐਸਿਡਸ ਪਏ ਨੇ ਬੇਟੇ, ਦੇ ਆਰ ਇਨਐਕਟੀਵੇਟਿਡ। ਉਹਨਾਂ ਨੂੰ ਐਕਟਿਵ ਕਰਨਾ ਹੈ ਫॉर ਦਾ ਪ੍ਰੋਸੈਸ ਆਫ ਟਰਾਂਸਲੇਸ਼ਨ। ਉਹਦੇ ਵਾਸਤੇ ਸਾਨੂੰ ATP ਦੀ ਜ਼ਰੂਰਤ ਹੈ। ATP ਇਜ਼ ਦਾ ਐਨਰਜੀ ਕਰੰਸੀ ਮੋਲੀਕਿਊਲ, ਸਾਨੂੰ ਪਤਾ ਹੈ। ਠੀਕ ਹੈ। ATP ਵਿਲ ਪ੍ਰੋਵਾਈਡ ਐਨਰਜੀ ਟੂ ਦਾ ਅਮੀਨੋ ਐਸਿਡਸ। ਔਰ ਐਂਜ਼ਾਈਮ ਅਸੀਂ ਪਹਿਲਾਂ ਵੀ ਇਹਦਾ ਨਾਮ ਕਰਕੇ ਆ, ਐਂਜ਼ਾਈਮ ਅਮੀਨੋ ਐਸਾਈਲ ट्रांसफर RNA सिंथेटेस एंजाइम चाहिए है। नाउ अगर असी रिएक्शन लिखना चाहिए AA
मैं अमीनो एसिड ਨੂੰ ਸ਼ਾਰਟ ਫਾਰਮ ਚ AA ਲਿਖ ਦਿੱਤਾ ਬੇਟੇ ATP प्लस एंजाइम ਜਿਹੜਾ ਆਪਾਂ ਉੱਪਰ एंजाइम ਦਾ ਨਾਮ ਲਿਆ ਤਿੰਨੋਂ ਮਿਲ ਕੇ ਕੀ ਬਣਾਉਣਗੇ ਅਮੀਨੋ ਅਸਾਈਲ ਮੀਨਸ ਇਟ ਇਜ਼ ਐਕਟੀਵੇਟਿਡ ਅਮੀਨੋ ਐਸਿਡ ਅਮੀਨੋ ਅਸਾਈਲ ਮੀਨਸ ਐਕਟੀਵੇਟਿਡ ਅਮੀਨੋ ਐਸਿਡ प्लस AMP ਹੁਣ ਅਗਰ ਅਸੀਂ ਇਹਨੂੰ ਐਕਟੀਵੇਟਿਡ ਅਮੀਨੋ ਐਸਿਡ ਨਹੀਂ ਲਿਖਣਾ ਚਾਹੁੰਦੇ ਤਾਂ ਅਸੀਂ ਇਹਨੂੰ ਇੱਕ ਕੰਪਲੈਕਸ ਦੇ ਰੂਪ ਵਿੱਚ ਲਿਖ ਸਕਦੇ ਹਾਂ AA अमीनो एसिड AMP एंजाइम कॉम्पलैक्स हुण AMP इत्थे ध्यान दिओ इट इज़ ATP तीन फॉस्फेट के ग्रुप्स ने जिन्हां दे विचों एक फॉस्फेट का ग्रुप है अमीनो एसिड नाल लग जाएगा अमीनो एसिड विल बी एक्टिवेटेड और दो इनऑर्गेनिक फॉस्फेट रिलीज हो जाएंगे सो दिस इज द रिएक्शन सो जिन्ने भी अमीनो एसिड्स ने दे विल बी एक्टिवेटेड इन दिस वे बट एक्सेप्शन इज देयर मैथियोनिन it is the first amino acid which is carried out by ट्रांसफर RNA ਇਹ ਵੀ ਐਸੇ ਤਰੀਕੇ ਦੇ ਨਾਲ ਹੀ ਐਕਟੀਵੇਟ ਹੁੰਦਾ ਹੈ ਸੇਮ ਐਸ ਰਿਐਕਸ਼ਨ ਦੇ ਥਰੂ ਐਕਟੀਵੇਟ ਹੁੰਦਾ ਹੈ ਬਟ ਇਟ ਇਜ਼ ਨਾਟ ਰਿਟਨ ਐਜ਼ ਅਮੀਨੋ ਐਸਾਈਲ ਇਹਨੂੰ ਅਮੀਨੋ ਐਸਾਈਲ ਨਹੀਂ ਲਿਖਦੇ ਇਹਨੂੰ ਬੇਟਾ ਲਿਖਦੇ ਨੇ FMET FMET means methionine has been activated clear because it is the first amino acid सो एक्सैप्शन है ਇਹਦਾ ਨਾਮ ਅਸੀਂ ਜਦੋਂ ਇਹਦੀ ਐਕਟੀਵੇਸ਼ਨ ਹੋ ਜਾਏਗੀ ਇਨ ਦਾ ਸੇਮ ਵੇ ਜਿਵੇਂ ਬਾਕੀ ਸਾਰੇ ਅਮੀਨੋ ਐਸਿਡਸ ਦੀ ਹੋਣੀ ਹੈ ਬਟ ਇਟਸ ਨੇਮ ਇਜ਼ ਰਿਟਨ ਐਜ਼ FMET ਇਹ ਤੁਸੀਂ ਧਿਆਨ ਰੱਖਣਾ ਬੇਟੇ ਜਦੋਂ ਵੀ F ਵਰਡ ਯੂਜ਼ ਕੀਤਾ ਹੋਇਆ ਮਤਲਬ ਇਟ ਇਜ਼ ਐਕਟੀਵੇਟਿਡ ਅਮੀਨੋ ਐਸਿਡ ਸੋ ਤੁਸੀਂ ਇਹਦੇ ਵਿੱਚ ਵੀ ਦੇਖ ਸਕਦੇ ਹੋ ਬੇਟੇ ਇਹ ਦੇਖੋ ਐਂਜ਼ਾਈਮ ਦੇ ਨਾਲ ਅਮੀਨੋ ਐਸਿਡ ਅਟੈਚ ਹੋਇਆ ਹੁਣ ATP ਅਟੈਚ ਹੋ ਰਿਹਾ ਹੈ ठीक है दो इनऑर्गेनिक फॉस्फेट रिलीज हो रहे हैं दिस इज एक्टिवेटेड अमीनो एसिड क्लियर नाउ सेकंड स्टेप इज चार्जिंग ऑफ ट्रांसफर RNA या लोडिंग ऑफ ट्रांसफर RNA क्योंकि अमीनो एसिड एक्टिवेट हो गया है हुण ट्रांसफर RNA का काम है अमीनो एसिड नू ट्रांसफर करना सो अमीनो एसिड नू कैरी करेगा दैट मीनस लोडिंग ऑफ अमीनो एसिड होएगी ऑन द ट्रांसफर RNA और स्पेसिफिक एक्टिवेटेड अमीनो एसिड इज रिकॉग्नाइज्ड बाय इस स्पेसिफिक ट्रांसफर RNA बेटा स्पेसिफिक वर्ड इज वेरी इंपॉर्टेंट ट्रांसफर RNA according to the decoded information from the mRNA it will pick up the specific amino acid इस तरह नहीं होएगा कि 20 अमीनो एसिड्स ਦੇ ਵਿੱਚੋਂ जो भी मन करेगा ट्रांसफर RNA उस अमीनो एसिड ਨੂੰ कैरी करेगा according to the information which is present in the mRNA जो DNA ने कमांड भेजी है टू द mRNA उससे कमांड के अकॉर्डिंगली ट्रांसफर RNA will pick up the amino acid so specific transfer RNA with specific amino acid सो असी किस तरह देखांगे बेटे ये साडे कोल एक्टिवेटेड अमीनो एसिड कॉम्पलैक्स पहला ऑलरेडी पे है ट्रांसफर RNA दी ਜਿਹੜੀ पर्टिकुलर साइट है असी ट्रांसफर RNA ਦਾ स्ट्रक्चर भी बेटे ਕੀਤਾ ਸੀਗਾ क्लोवर लीफ मॉडल आई होप ਤੁਹਾਨੂੰ याद होएगा ठीक है दिस इज द अमीनो एसिड अटैचमेंट साइट ਇੱਥੇ ਜਿਹੜਾ एक्टिवेटेड अमीनो एसिड है ਜਿਹੜਾ ਉਹ अटैच होएगा एट द 3 एंड ऑफ tRNA और ਸਾਡੇ ਕੋਲ लोडिंग ऑफ ट्रांसफर RNA हो जाएगी और AMP और एंजाइम कम्प्लेक्स है दे विल बी रिलीज्ड एज सुन एज द अमाइनो एसिड इज लोडेड ऑन द ट्रांसफर RNA क्लीयर है चलो मैं थोड़ा इस डायग्राम के नाल स्टैप 1 एक्टिवेशन ऑफ अमीनो एसिड एंड स्टैप 2 चार्जिंग ऑफ ट्रांसफर RNA दोनों क्लीयर करने की कोशिश करती हैं बेटे सो तुसी ये देख रहे हो अमीनो एसिड है एंजाइम अमीनो एसिड ट्रांसफर RNA सिंथेटेस दे विल कम टुगैदर they will form a complex ਇਹ complex ਬਣ ਗਿਆ ਸਾਡਾ एक्टिवेटेड अमीनो एसिड ਦਾ दो फॉस्फेट इनऑर्गेनिक फॉस्फेट रिलीज हो गए ठीक है बेटे सो एक ही है ਸਾਡਾ एक्टिवेटेड अमीनो एसिड एंजाइम कॉम्प्लेक्स ਹੁਣ ਇਸ ਤੋਂ ਬਾਅਦ ਨੈਕਸਟ ਸਟੈਪ ਕੀ ਸੀ ਸਾਡਾ ਚਾਰजिंग ऑफ tRNA चार्जिंग किस तरह होएगी ये ट्रांसफर RNA स्पेसिफिक आ गया उन्हें देख लिया कि दिस इज द एक्टिवेटेड अमीनो एसिड ट्रांसफर RNA ਦੀ स्पेसिफिक साइट ਦੇ ਉੱਤੇ अमीनो एसिड अटैच हो जाएगा AMP विल बी रिलीज्ड एंड एंजाइम विल बी रिलीज्ड एंजाइम भी रिलीज हो जाएगा एंड नाउ दिस इज द लोडेड ट्रांसफर RNA जिदे ऊपर की है अमीनो एसिड है स्पेसिफिक अमीनो एसिड सो दिस इज अमीनो असाइल ट्रांसफर RNA कॉम्प्लेक्स सो दो स्टेप्स साडे क्लियर हो गए बेटे ठीक है नाउ लेट्स मूव टू द नेक्स्ट स्लाइड
थर्ड इज इनिशिएशन ऑफ पॉलीपेप्टाइड चेन। एक्चुअली इत्थों प्रोटीन सिंथेसिस स्टार्ट होंदी है। कई बुक्स ਦੇ ਵਿੱਚ फर्स्ट पॉइंट ਇਹ ਲਿਆ ਗਿਆ ਇਨੀਸ਼ੀਏਸ਼ਨ ਦਾ, ਠੀਕ ਹੈ, ਬਟ ਫॉर ਆਵਰ ਕਨਵੀਨੀਅੰਸ ਅਸੀਂ ਇਹਨਾਂ ਨੂੰ 5 ਸਟੈਪਸ ਦੇ ਵਿੱਚ ਡਿਵਾਈਡ ਕਰਤਾ। ਇਨੀਸ਼ੀਏਸ਼ਨ ਸਟਾਰਟ ਕਿੱਦਾਂ ਹੋਏਗੀ ਪ੍ਰੋਟੀਨ ਸਿੰਥਸਿਸ, ਕਿਉਂਕਿ ਸਾਡੇ ਕੋਲ ਹੁਣ ਲੋਡਡ ਟ੍ਰਾਂਸਫਰ ਆਰਐਨਏ ਇਜ਼ ਰੈਡੀ ਟੂ ਫॉर ਸਟਾਰਟ ਆਫ ਦਾ ਪ੍ਰੋਟੀਨ ਸਿੰਥਸਿਸ। ਇਸ ਤੋਂ ਪਹਿਲਾਂ ਕਿ ਅਸੀਂ ਅਗਲਾ ਜਿਹੜੀ ਟ੍ਰਾਂਸਲੇਸ਼ਨ ਦੀ ਇਨੀਸ਼ੀਏਸ਼ਨ ਸਟਾਰਟ ਕਰੀਏ, ਬੇਟੇ ਤੁਹਾਨੂੰ ਰਾਈਬੋਸੋਮਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ कि 70S एंड 80S दो टाइप्स के राइबोसोम्स ने इन प्रोकैरियोट्स एंड यूकैरियोट्स। ये स्मॉलर सब यूनिट हुंदा है, ठीक है, असी साइटोलॉजी पोर्शन दे विच सारा किया होया है। ये लार्ज सब यूनिट है, ठीक है बेटे। सो क्योंकि बिकॉज राइबोसोम्स आर द साइट दे आर द प्रोटीन फैक्टरीज, सो इन्हां दा स्ट्रक्चर तो सानू आना चाहिए। और ये जिहड़े स्मॉलर सब यूनिट के उत्ते mRNA बाइंडिंग साइट हुंदी है, दिस इज़ द mRNA। और जदों ਰਾਈਬੋਸੋਮਸ ਇਨਐਕਟਿਵ ਨੇ, ਦੈਟ ਮੀਨਸ ਉਦੋਂ ਕੋਈ ਪ੍ਰੋਟੀਨ ਸਿੰਥਸਿਸ ਨਹੀਂ ਹੋ ਰਹੀ ਹੈ। ਜਦੋਂ ਇਹ ਪ੍ਰੋਟੀਨ ਸਿੰਥਸਿਸ ਸਟਾਰਟ ਹੋਏਗੀ, ਇਹ ਜਿਹੜੇ ਦੋਨੋਂ ਰਾਈਬੋਸੋਮਸ ਦੇ ਸਬ ਯੂਨਿਟ ਨੇ ਉਹ ਕਲੋਜ਼ ਆ ਜਾਣਗੇ ਆਪਸ ਦੇ ਵਿੱਚ। ਅਦਰਵਾਈਜ਼ ਕੀ ਹੋਏਗਾ ਬੇਟੇ, ਇਹ ਜਿਹੜੇ ਨੇ ਸਬ ਯੂਨਿਟਸ ਨੇ ਦੇ ਵਿਲ ਬੀ ਸੈਪਰੇਟ। ਇਸ ਟਾਈਮ ਪ੍ਰੋਟੀਨ ਸਿੰਥਸਿਸ ਨਹੀਂ ਹੋ ਰਹੀ ਹੈ। ਜਦੋਂ ਪ੍ਰੋਟੀਨ ਸਿੰਥਸਿਸ ਸਟਾਰਟ ਹੋਏਗੀ, these two will come together, they will assemble with the help of मैग्नीशियम आयंस। ਅਸੀਂ ਅੱਗੇ ਜਾ ਕੇ ਪੜਾਂਗੇ, ਠੀਕ ਹੈ। ਸੋ ਇੱਕ ਤਾਂ mRNA ਬਾਈਂਡਿੰਗ ਸਾਈਟ ਹੋ ਗਈ ਇਹਦੇ ਉੱਪਰ, ਇਹ ਦੇਖ ਰਹੇ ਹੋ ਤੁਸੀਂ ਸਮੋਲਰ ਸਬ ਯੂਨਿਟ ਦੇ ਉੱਤੇ ਕੀ ਹੈ, mRNA ਬਾਈਂਡਿੰਗ ਸਾਈਟ ਹੈ। ਔਰ ਜਿਹੜਾ ਲਾਰਜਰ ਸਬ ਯੂਨਿਟ ਹੈ ਉਹਦੇ ਉੱਪਰ 3 ਸਾਈਟਸ ਨੇ ਬੇਟੇ। A ਸਾਈਟ ਦੈਟ ਇਜ਼ ਅਮੀਨੋ ਅਸਾਈਲ ਸਾਈਟ। ਇਸ ਸਾਈਟ ਦੇ ਉੱਤੇ ਕੀ ਹੋਏਗਾ, ਅਮੀਨੋ ਐਸਿਡ ਅਟੈਚ ਹੋਏਗਾ ਆ ਕੇ। P ਸਾਈਟ ਪੈਪਟਾइड बॉन्ड बनेगा, ठीक है। E साइट एग्जिट साइट, एम्प्टी ट्रांसफर आरएनए जिहड़ा वो एस E साइट तो एग्जिट होएगा। ऑल दीज 3 साइट्स आर प्रेजेंट ऑन द लार्जर सब यूनिट ऑफ राइबोसोम। क्लियर बेटे। नाउ थर्ड इनिशिएशन ऑफ पॉलीपेप्टाइड चेन। मैं जिवें पहला ही दस चुकी हूँ बेटे, 2 राइबोसोम्स के जिहड़े सब यूनिट्स ने दे विल असैम्बल, ठीक है। प्रोटीन सिंथेसिस के टाइम वो एक्टिव हो जाएंगे, मैग्नीशियम आयंस की जरूरत पेगी। जदों ये एक्टिव हो जाएंगे तो फिर स्मॉलर सब यूनिट के नाल अटैचमेंट ऑफ mRNA होएगी। क्लियर, दे आर प्रिपेयरिंग फॉर द प्रोटीन सिंथेसिस। हुण की होएगा, ट्रांसफर ऑफ फर्स्ट अमीनो एसिड। ਇੱਥੇ ਬੇਟੇ ਹੁਣ ਤੁਸੀਂ ਬੀ ਫੋਕਸਡ, ਧਿਆਨ ਨਾਲ ਦੇਖਣਾ, ਹਰ ਇੱਕ ਸਟੈਪ ਨੂੰ ਜਿਹੜਾ ਹੈ ਤੁਸੀਂ ਕੰਸੈਂਟਰੇਸ਼ਨ ਦੇ ਨਾਲ ਸੁਣਨਾ। ਫਰਸਟ ਅਮੀਨੋ ਐਸਿਡ ਵਿਲ ਆਲਵੇਜ਼ ਬੀ ਮੈਥਿਓਨੀਨ, ਇੱਕ ਤਾਂ ਇਹ ਗੱਲ ਯਾਦ ਰੱਖਣੀ ਹੈ ਤੁਸੀਂ, ਠੀਕ ਹੈ। ਔਰ ਫਰਸਟ ਅਮੀਨੋ ਐਸਿਡ ਹੈ ਜਿਹੜਾ ਉਹ ਹਮੇਸ਼ਾ ਪੀ ਸਾਈਟ ਦੇ ਉੱਤੇ ਅਟੈਚ ਹੋਏਗਾ। ਜਿੱਥੇ ਸਾਡਾ ਇਨੀਸ਼ੀਏਸ਼ਨ ਕੋਡੋਨ ਹੈ AUG, ਆਪਾਂ ਜੈਨੇਟਿਕ ਕੋਡ ਦੇ ਵਿੱਚ ਪੜ੍ਹਿਆ ਸੀਗਾ, AUG ਇਜ਼ ਦਾ ਇਨੀਸ਼ੀਏਸ਼ਨ ਕੋਡੋਨ। और इनिशिएशन कोडोन के उत्ते ट्रांसफर आरएनए पी साइट के उपर, दिस इज़ द पी साइट के उपर जिहड़ा एक्टिवेटेड एफमैट नू अटैच करेगा। जिहड़ा ट्रांसफर आरएनए वो AUG नू डीकोड करेगा, वो समझेगा कि इट इज़ द इनिशिएशन कोडोन। इनिशिएशन कोडोन वास्ते सब तो पहला साडे कोल किहड़ा अमीनो एसिड आएगा, एफमैट आएगा। सो पी साइट के उपर एफमैट अटैच होएगा। ए साइट हुण बाकी इस तो बाद जिन्ने भी अमीनो एसिड्स आने ने ट्रांसफर आरएनए कैरी करके लैके आएगा, दे विल कम टू द A साइट। सो दिस इज P साइट इज एक्सेप्शनल केस फॉर द फर्स्ट अमीनो एसिड एफमैट। बाकी सारे वास्ते किहड़ी साइट है बेटे, A साइट है, ठीक है। सो फर्स्ट अमीनो एसिड आ गया साडे कोल, ठीक है। नाउ आपां दोबारा तो इस नूं देखदे हां, दिस इज ओवर इनिशिएशन कोड। मैं बार बार डायग्राम्स रिपीट करांगी ताकि तुहाडे माइंड दे विच किसी किस्म की कोई कन्फ्यूजन नहीं रहनी चाहिए। दिस इज़ द अमीनो एसिड 1, बेटे इत्थे नाम नहीं लिखिया होया, अगर इस तरह का डायग्राम होए तो एट वंस तुहाडे माइंड क्लिक करना चाहिए कि अमीनो एसिड 1 विल ऑलवेज बी एफमैट। क्लियर। एंड राइबोसोम P, suppose this is our P site, this is our A site. A site is still empty, हाले empty है site। ट्रांसफर आरएनए इज रेडी। ट्रांसफर आरएनए ने रीड कर लिया कोड कि कोड किहड़ा साडे कोल अगला CUA, ਉਹਦੇ ਅਕੋਰਡਿੰਗਲੀ ਉਹਦੇ ਕੋਲ ਐਂਟੀकोडोन है GAU। C ਦਾ एंटीकोडोन की हो गया
जी, यू दा एंटी कोडोन की हो गया बेटे ए, और ए दा एंटी कोडोन की हो गया यू, क्योंकि आरएनए दे विच की है यूरेसिल हुंदा है इन प्लेस ऑफ थायमिन। क्लियर बेटे? सो ए साइट इज एम्प्टी। नाउ व्हाट विल हैपन, चेन इलोंगेशन होएगी हुण, क्योंकि इनिशिएशन तो हो चुकी है एफ मैट नाल साडी। चेन इलोंगेशन विच की होएगा, ए न्यू ट्रांसफर आरएनए विद स्पैसिफिक अमीनो एसिड। हुण तुसी समझ गए होवोगे, बार बार वर्ड यूज हो रहा है बेटे स्पैसिफिक अमीनो एसिड, because transfer RNA will read the information on the mRNA, ਉਹਦੇ accordingly ਉਹ amino acid ਨੂੰ carry ਕਰੇਗਾ and will attach to the A site of ribosome। ਅਸੀਂ ਹੁਣੇ ਦੇਖਿਆ ਕਿ A site ਹਲੇ empty ਪਈ ਹੈ। ਕਲੀਅਰ? ਜਦੋਂ ਦੋਨੋਂ ਅਟੈਚ ਹੋ ਜਾਣਗੀ, P site will be occupied, A site is also occupied। ਹੁਣ ਕੀ ਹੋਏਗਾ, ਜਿਹੜਾ ਅਮੀਨੋ ਐਸਿਡ P site ਦੇ ਉੱਪਰ ਹੈ FMET, that will break up from its transfer RNA। ट्रांसफर आरएनए उसनू छड़ देगा एंड मेक बॉन्ड विद द अमीनो एसिड ऑफ ए साइड। दोनों अमीनो एसिड आपस ਦੇ ਵਿੱਚ बॉन्ड बना लेंगे विद द हेल्प ऑफ पेप्टाडाइल एंजाइम। ਆਪਾਂ ਅੱਗੇ ਜਾ ਕੇ ਦੇਖਾਂਗੇ बेटे। ਹੁਣ ਤੁਸੀਂ ਕਹੋਗੇ ਕਿ ਥਿਊਰੀ ਪੋਰਸ਼ਨ ਦੇ ਵਿੱਚ ਸਾਨੂੰ ਨਹੀਂ ਸਮਝ ਆ ਰਿਹਾ, ਮੈਮ ਕਲੀਅਰ ਨਹੀਂ ਹੋ ਰਿਹਾ। ਡੋਂਟ ਵਰੀ बेटे, ਥਿਊਰੀ ਇਜ਼ ਆਲਸੋ ਇੰਪੋਰਟੈਂਟ, क्योंकि ਅਸੀਂ एग्जाम ਦੇ ਵਿੱਚ ਥਿਊਰੀ ਵੀ ਲਿਖਣੀ ਹੈ, बट आई विल एक्सप्लेन इट दीज 3 लाइन्स विद द हेल्प ऑफ डायग्राम ऑल्सो। राइबोसोम मूव करेगा ट्रांसलोकेस एंजाइम नाल, राइबोसोम विल स्लाइड ऑन द एमआरएनए। और चेन इलोंगेशन वास्ते तुसी याद रखना है यूकैरियोटिक इलोंगेशन फैक्टर 1 एंड यूकैरियोटिक इलोंगेशन फैक्टर 2, दे हेल्प इन चेन इलोंगेशन। सो आपां हुण इस स्टैप नूं डायग्रामैटिकली समझण दी कोशिश करते हाँ। ए देखो तुसी, दिस इज ओवर पी साइट, दिस इज ओवर ए साइट, दोनों ऑक्यूपाइड हो गई बेटे साइड्स। हुण की होएगा, जिहड़ा अमाइनो एसिड 1 है इट विल मेक बॉन्ड विद द अमाइनो एसिड ऑफ ए साइट, दोनों दे विच बॉन्ड बन गया। क्लियर? हुण थर्ड ट्रांसफर आरएनए भी रेडी है, क्योंकि उन्हें इन्फॉर्मेशन है जिहड़ी रीड कर ली है। CU उन्हें इन्फॉर्मेशन रीड कर ली है कि इन्फॉर्मेशन है हुण ये वाली जिहड़ी मेरे को इन्फॉर्मेशन मैं पढ़ ली है, ਇਹਦੇ अकॉर्डिंगली मैं हुण अमीनो एसिड लैके आना है और ਉਹਦੇ एंटीकोडोन रेडी ने। एक गल बेटे इत्थे ध्यान रखना, सानू अमीनो एसिड 1 का जिहड़ा है नाम है वो जरूर याद रखना चाहिए, क्योंकि असीं लिखना भी है डायग्राम विच। उस तो बाद तुसीं अमीनो एसिड 2, अमीनो एसिड 3 एंड अमीनो एसिड 4 इस तरह के नाल भी लेबलिंग कर सकते हो। हुण ए साइट इज़ नॉट ऑक्यूपाइड, ए साइट तो खाली नहीं है, अमीनो एसिड ने ट्रांसफर आरएनए आना ए साइट ते है। की होएगा, राइबोसोम विल मूव फरदर, ये इस तरह मूव करेगा कि यदि ए साइट दे उत्ते CU जिहड़ा ए वाला कोडोन है वो ए साइट दे उत्ते आ जाए। क्लीयर है? ए साइट खाली हो जाए। हुण आपां देखदे हां किस तरह होएगा बेटे। ए देखो तुसी, दिस इज थर्ड अमीनो एसिड विच इज़ रेडी। हुण जिहड़ा फर्स्ट अमीनो एसिड दा ट्रांसफर आरएनए सी वो लीव कर गया, उन्हें पी साइट नूं की कर दिता, खाली कर दिता, और ए वाली जिहड़ी सैकेंड ट्रांसफर आरएनए है उसने उहदी प्लेस जिहड़ी है वो अक्वायर कर ली, दोनों दे विच बॉन्ड बन गया। क्लीयर है? हुण जिहड़ा है साडा थर्ड अमीनो एसिड इज ऑल्सो रेडी। देखो इत्थों क्लीयर हो जाएगा तुहानू, राइबोसोम मूव कर गया, ठीक है। फर्स्ट अमीनो एसिड एंड सैकेंड अमीनो एसिड दे विच पेप्टाइड बॉन्ड बन गया बेटे, ठीक है। थर्ड अमीनो एसिड ने रीड कर ली सी जेनेटिक कोड दी इंफॉर्मेशन CUU। हुण दिस इज ए साइट, दिस इज पी साइट, ई साइट तो एग्जिट हो गया, फर्स्ट अमीनो एसिड ट्रांसफर आरएनए एग्जिट हो गया। हुण फोर्थ ट्रांसफर आरएनए इज रेडी। किवें रेडी? क्योंकि उसने बेटे जिहड़ी है इन्फॉर्मेशन रीड कर ली है। किहड़ी इन्फॉर्मेशन है हुण इस तो बाद? CGA, C दा एंटीकोडोन G दा C, A दा U। इस ट्रांसफर आरएनए ने एमआरएनए दी इन्फॉर्मेशन नू डीकोड कर रहा है। हुण ए साइट नू फिर जिहड़ा है राइबोसोम नू शिफ्ट होना पेगा ताकि ए वाला जिहड़ा कोडोन है उसते पी साइट दे उत्ते आ जाए, ठीक है। हुण ए लीव कर जाएगा ट्रांसफर आरएनए, ए वाला ट्रांसफर आरएनए पी साइट ते शिफ्ट हो जाएगा।
Clear bete? I will explain it with the help of animations also. Don't worry. चलो इधर देखो तुसी की हो रहा है. P साइड तो शिफ्ट हो गया, A साइड खाली, बॉन्ड बनया, इट विल ऑल्सो शिफ्ट टू P साइड. फिर A साइड जिहड़ी है इट इज़ नाउ एम्प्टी फॉर द फर्दर अमीनो एसिड. एक बारी होर देखते हैं असीं इस नूं. ध्यान नाल देखो बेटे किस तरह दे नाल राइबोसोम स्लाइड कर रहे हैं, ठीक है, और पेप्टाइड बॉन्ड्स बन रहे हैं. A साइट इज फॉर इनकमिंग अमीनो एसिड्स. क्लियर? अगर तुहानू नहीं क्लियर होए बेटे तो तुसी बार बार वीडियो नू चला के देखना. नाउ चेन टर्मीनेशन. हुण ये तो है नहीं कि अमीनो एसिड्स आंदे ही रहणगे, क्योंकि DNA इज द मास्टरमाइंड. उसने कमांड दिती हुई है कि कितनी प्रोटीन सिंथिस होनी चाहिए है. हुण प्रोटीन सिंथिस हाउ विल इट स्टॉप? प्रोटीन सिंथिस दे स्टॉप होने नू कहंदे ने चेन टर्मीनेशन. ਜਦੋਂ ਰਾਈਬੋਸੋਮ ਸਲਾਈਡ ਕਰ ਰਿਹਾ mRNA ਦੇ ਉੱਤੇ ਤੇ mRNA ਦੇ ਉੱਤੇ ਜਦੋਂ ਨੌਨਸੈਂਸ ਕੋਡੋਨਸ ਜਾਂ ਸਟਾਪ ਕੋਡੋਨਸ ਆਣਗੇ. ਜੈਨੇਟਿਕ ਕੋਡ ਦੇ ਵਿੱਚ ਬੇਟੇ ਅਸੀਂ ਪੜਿਆ ਸੀ देयर आर 64 ਕੋਡੋਨਸ ਐਂਡ 3 ਕੋਡੋਨਸ ਆਰ ਸਟਾਪ ਕੋਡੋਨਸ. UUA ਆ ਗਿਆ mRNA ਦੇ ਉੱਤੇ, UAG ਆ ਗਿਆ, UGA ਆ ਗਿਆ. ਜਿਵੇਂ ਹੀ ਸਟਾਪ ਕੋਡੋਨਸ ਆਣਗੇ ਉਹਨਾਂ ਵਾਸਤੇ ਕੋਈ ਵੀ ਟ੍ਰਾਂਸਫਰ RNA ਵਿਦ ਐਂਟੀ ਕੋਡੋਨਸ ਨਹੀਂ ਹੈ. ਉੱਥੇ ਹੀ ਰਾਈਬੋਸੋਮ ਨੂੰ ਸਟਾਪ ਕਰਨਾ ਪਏਗਾ. ਇਟ ਵਿਲ ਨੋਟ ਮੂਵ, ਨਾ ਹੀ ਕੋਈ ਟ੍ਰਾਂਸਫਰ RNA ਆਏਗਾ. ਐਂਡ ਜਿਹੜੀ ਪੈਪਟਾਈਡ ਜਿਹੜੀ ਸਾਡੀ ਪੋਲੀਪੈਪਟਾਈਡ ਚੇਨ ਬਣ ਰਹੀ ਹੈ ਉਹ ਵੀ ਕੀ ਹੈ ਬ੍ਰੇਕਅਪ ਹੋ ਜਾਏਗੀ ਔਰ ਟ੍ਰਾਂਸਫਰ RNA ਵਿਲ ਲੀਵ. ਔਰ ਇਹਦੇ ਵਿੱਚ ਰਿਲੀਜ਼ ਫੈਕਟਰਸ ਨੇ ਜਿਹੜੇ ਉਹ ਹੈਲਪ ਕਰਦੇ ਨੇ ਟੂ ਰਿਲੀਜ਼ ਦਾ ਪ੍ਰੋਟੀਨ ਐਂਡ GTP ਇਜ਼ ਰਿਕੁਆਇਰਡ. These two are important factors which are required for chain टर्मीनेशन. चलो बेटे आप डायग्राम्स नाल फिर क्लीयर करते हैं इसनों. देखो राइबोसोम मूव कर रहा है. जदों राइबोसोम नू UAG नाल सामना करना पिया, स्टॉप कोडोन्स सेज नो ट्रांसलेशन. DNA ने कमांड भेजी है नो ट्रांसलेशन नाउ. स्टॉप कोडोन्स आ गए है. ट्रांसफर RNA विल मूव बैक, इट विल एग्जिट. ਪੈਪਟਾਈਡ ਚੇਨ ਜਿਹੜੀ ਬਣੀ ਆ ਉਹਦੇ ਨਾਲ ਵੀ ਆਪਣਾ ਬੌਂਡ ਹੈ ਕੀ ਕਰ ਲੇਗਾ ਬ੍ਰੇਕ ਕਰ ਲੇਗਾ. ਸੋ ਇਸ ਤਰੀਕੇ ਦੇ ਨਾਲ ਚੇਨ ਟਰਮੀਨੇਸ਼ਨ ਹੋ ਜਾਏਗੀ, ਪ੍ਰੋਟੀਨ ਸਿੰਥਸਿਸ ਬੰਦ ਹੋ ਜਾਏਗੀ. ਚਲੋ ਆਪਾਂ ਇਹਦੇ ਵਿੱਚ ਇੱਕ ਐਨੀਮੇਸ਼ਨ ਵੀ ਦੇਖਦੇ ਹਾਂ ਬੇਟੇ. ਦੇਖੋ ਕਿਸ ਤਰ੍ਹਾਂ ਰਿਲੀਜ਼ ਫੈਕਟਰ ਆਇਆ. ਹੁਣ ਰਿਲੀਜ਼ ਫੈਕਟਰ ਕਿਉਂ ਆਇਆ ਬੇਟੇ? ਕਿਉਂ ਆਇਆ ਰਿਲੀਜ਼ ਫੈਕਟਰ? UGA ਸਟਾਪ ਕੋਡੋਨ ਆ ਗਿਆ mRNA ਦੇ ਉੱਤੇ. ਜਿਵੇਂ ਸਟਾਪ ਕੋਡੋਨ ਆਇਆ ਨਾਲ ਦੀ ਨਾਲ ਕੀ ਆ ਗਿਆ ਬੇਟੇ ਰਿਲੀਜ਼ ਫੈਕਟਰ ਆ ਗਿਆ. ਰਿਲੀਜ਼ ਫੈਕਟਰ ਆਇਆ ਤਾਂ ਕੀ ਹੋਇਆ ਪ੍ਰੋਟੀਨ ਚੇਨ ਹੈ ਜਿਹੜੀ ਉਹ ਬ੍ਰੇਕ ਹੋ ਗਈ. ਪ੍ਰੋਟੀਨ ਚੇਨ ਬ੍ਰੇਕ ਹੋ ਗਈ. ਰਾਈਬੋਸੋਮਸ ਦੇ ਦੋਨੋਂ ਸਬ ਯੂਨਿਟ ਫਿਰ ਸੈਪਰੇਟ ਹੋ ਗਏ ਸਾਈਟੋਪਲਾਜ਼ਮ ਦੇ ਵਿੱਚ, ਠੀਕ ਹੈ. ਔਰ ਟ੍ਰਾਂਸਲੇਸ਼ਨ ਹੈ ਜਿਹੜੀ ਉਹ ਕੰਪਲੀਟ ਹੋ ਗਈ. ਲੇਕਿਨ ਹਾਲੇ ਬੇਟੇ ਇੱਕ ਲਾਸਟ ਟੌਪਿਕ ਸਾਡਾ ਰਹਿ ਗਿਆ, ਬਹੁਤ ਇੰਪੋਰਟੈਂਟ ਹੈ ਕਿਉਂਕਿ ਕਈ ਵਾਰ ਇਹਦੇ ਤੇ ਕੁਐਸਚਨਸ ਪੁੱਛੇ ਗਏ ਨੇ. ਬੁੱਕ ਦੇ ਵਿੱਚ ਵੀ ਸਾਡੇ ਮੈਂਸ਼ਨ ਹੈ UTRs ਅਨਟ੍ਰਾਂਸਲੇਟਡ ਰੀਜਨਸ. ਫੁੱਲ ਫਾਰਮ ਲਿਖ ਲੈਣਾ ਬੇਟਾ ਤੁਸੀਂ. UTR ਦੀ ਫੁੱਲ ਫਾਰਮ ਅਨਟ੍ਰਾਂਸਲੇਟਡ ਰੀਜਨਸ. ਹੁਣ ਕੀ ਹੈ ਬੇਟੇ ਅਸੀਂ ਦੇਖਿਆ ਕਿ ਇਹ mRNA ਹੈ. ਦਿਸ ਇਜ਼ 5 ਪ੍ਰਾਈਮ ਐਂਡ ਦਿਸ ਇਜ਼ 3 ਪ੍ਰਾਈਮ ਐਂਡ. 5 ਪ੍ਰਾਈਮ ਐਂਡ ਦੇ ਉੱਤੇ ਸਾਨੂੰ ਪਤਾ ਹੈ ਕੈਪਿੰਗ ਹੁੰਦੀ ਹੈ ਐਂਡ 3 ਪ੍ਰਾਈਮ ਐਂਡ ਦੇ ਉੱਤੇ टेलिंग होंदी है. पता है ना पॉली A टेल. एंड दिस इज 7 mg कैप. दिस इज कैपिंग. वी हैव ऑलरेडी डन. लेकिन कैप एंड टेल तो पहला mRNA दे ऊपर कुछ इस टाइप दियां रीजनस हुंदियां ने ਜਿਹੜੀਆਂ कि कदे भी ट्रांसलेट नहीं हुंदियां, उन्हां ते प्रोटीन सिंथसिस नहीं हुंदी. These are called UTRs untranslated regions. ਹੁਣ ਇਹ ਕਿਉਂ ਹੁੰਦੀਆਂ ਨੇ ਬੇਟੇ? ਵਟ ਇਜ਼ ਦ ਫੰਕਸ਼ਨ ਆਫ UTR? ਦੇ ਆਰ ਰਿਕੁਆਇਰਡ ਫॉर ਐਫੀਸ਼ੀਐਂਟ ਟ੍ਰਾਂਸਲੇਸ਼ਨ. ਜਦੋਂ ਵੀ ਅਸੀਂ ਕੋਈ ਚੀਜ਼ ਸਟਾਰਟ ਕਰਨੇ ਆ ਅਸੀਂ ਇੱਕੋ ਦਮ ਸਟਾਰਟ ਨਹੀਂ ਕਰਦੇ, ਪ੍ਰੋਸੈਸ ਸਲੋ ਹੁੰਦੀ ਹੈ. ਸੋ ਅਨਟ੍ਰਾਂਸਲੇਟਡ ਰੀਜਨਸ ਦੇ ਆਰ ਪ੍ਰੈਜ਼ੈਂਟ ਐਟ ਦ 5 ਐਂਡ ਐਜ਼ ਵੈਲ ਐਜ਼ ਐਟ ਦ 3 ਐਂਡ. ਇਸ ਤੋਂ ਬਾਅਦ ਇਸ ਪੁਆਇੰਟ ਤੋਂ ਕੀ ਸਟਾਰਟ ਹੋਏਗੀ ਸਾਡੀ ਟ੍ਰਾਂਸਲੇਸ਼ਨ ਵਿਲ ਸਟਾਰਟ. ਕਲੀਅਰ ਬੇਟੇ? ਸੋ ਇਸ ਦੇ ਨਾਲ ਹੀ ਸਾਡਾ ਟ੍ਰਾਂਸਲੇਸ਼ਨ ਦਾ ਟੌਪਿਕ ਹੈ ਜਿਹੜਾ ਉਹ
ਖਤਮ ਹੁੰਦਾ ਹੈ। ਬੇਟੇ ਹੁਣ ਮੈਂ ਕਿਉਂਕਿ ਤੁਹਾਨੂੰ ਹਰ ਇੱਕ ਸਟੈਪ ਡਾਇਗਰਾਮੈਟਿਕਲੀ ਸਮਝਾਇਆ ਹੈ, ਐਗਜ਼ਾਮ ਦੇ ਵਿੱਚ ਅਗਰ ਸਾਨੂੰ ਕੁਐਸਚਨ ਆਉਂਦਾ ਹੈ ਤਾਂ ਅਸੀਂ ਕਿਸ ਤਰ੍ਹਾਂ ਨਾਲ ਅਟੈਂਪਟ ਕਰਾਂਗੇ, ਅਸੀਂ ਇੰਨੇ ਡਾਇਗਰਾਮ ਤਾਂ ਨਹੀਂ ਬਣਾਵਾਂਗੇ ਕਿਉਂਕਿ ਸਾਡਾ ਪੇਪਰ ਆਲਰੇਡੀ ਬਹੁਤ ਲੈਂਦੀ ਹੁੰਦਾ ਹੈ। ਥਿਊਰੀ ਕੀ ਲਿਖਾਂਗੇ, ਤਾਂ ਉਹਦੇ ਵਾਸਤੇ ਬੇਟੇ ਮੈਂ ਨੋਟਸ ਸੈਪਰੇਟ ਬਣਾ ਦਿੱਤੇ ਨੇ। ਟਰਾਂਸਲੇਸ਼ਨ ਦੀ ਜਿਹੜੀਆਂ 3 ਸਟੇजेस ਨੇ, ਹਾਂ ਇਸ ਤੋਂ ਪਹਿਲਾਂ ਤੁਸੀਂ ਟਰਾਂਸਲੇਸ਼ਨ ਦੀ ਡੈਫੀਨੇਸ਼ਨ ਜ਼ਰੂਰ ਲਿਖ ਲੈਣਾ ਕਿ ਟਰਾਂਸਲੇਸ਼ਨ ਇਜ਼ ਦਾ ਫਾਰਮੇਸ਼ਨ ਆਫ ਪ੍ਰੋਟੀਨਸ ਫਰੋਮ RNA। ਉਸ ਤੋਂ ਬਾਅਦ ਇਹਦੇ 3 ਸਟੈਪਸ ਨੇ। ਹੁਣ ਅਗਰ ਤੁਸੀਂ ਲਾਈਨ ਬਾਈ ਲਾਈਨ ਇਹ ਸਟੈਪਸ ਪੜੋਗੇ ਯੂ ਵਿਲ ਫਾਈਂਡ ਇਟ ਵੈਰੀ ਈਜ਼ੀ, ਕਿਉਂਕਿ ਅਸੀਂ ਹਰ ਇੱਕ ਚੀਜ਼ ਨੂੰ ਡਾਇਗਰਾਮੈਟਿਕਲੀ ਐਕਸਪਲੇਨ ਕੀਤਾ ਹੈ। ਇਨੀਸ਼ੀਏਸ਼ਨ ਹੈ, ਇਲੋਂਗੇਸ਼ਨ ਹੈ, ਟਰਮੀਨੇਸ਼ਨ ਹੈ। ਹੁਣ ਗੱਲ ਆਈ ਡਾਇਗਰਾਮਸ ਦੀ। ਅਗਰ ਤੁਸੀਂ ਇਹ ਵਾਲਾ ਡਾਇਗਰਾਮ ਡਰਾ ਕਰ ਦਿਓਗੇ ਫਾਈਨਲ ਦੇ ਵਿੱਚ ਤਾਂ ਇਟ ਵਿਲ ਬੀ ਸਫੀਸ਼ੀਐਂਟ ਡਾਇਗਰਾਮ, ਤੁਸੀਂ ਫੁੱਲ ਮਾਰਕਸ ਨੇ ਜਿਹੜੇ ਸਕੋਰ ਕਰ ਸਕਦੇ ਹੋ ਦਿਸ ਡਾਇਗਰਾਮ ਅਲੋਂਗ ਵਿਦ ਥਿਊਰੀ। ਬਟ ਅਗਰ ਤੁਸੀਂ ਪਹਿਲੀ ਵੀਡੀਓ ਦੇ ਵਿੱਚ ਹਰ ਇੱਕ ਸਟੈਪ ਨੂੰ ਡਾਇਗਰਾਮੈਟਿਕਲੀ ਰਿਵਾਈਜ਼ ਕਰੋਗੇ ਤਾਂ ਇਹ ਕਨਸੈਪਟ ਬੇਟੇ ਕਲੀਅਰ ਹੋਏਗਾ ਤੁਹਾਡਾ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਏਗੀ। ਓਕੇ, ਥੈਂਕ ਯੂ, ਬੈਸਟ ਆਫ ਲੱਕ।